ਕਰੋਨਾ ਦੀ ਮਹਾਮਾਰੀ ਚੱਲਦੇ ਹੋਏ ਜਿਹੜੇ ਸਕੂਲ ਅਤੇ ਕਾਲਜ ਬੰਦ ਹੋ ਗਏ ਸਨ। ਹੁਣ 16 ਨਵੰਬਰ ਦੀ ਸੂਬਾ ਸਰਕਾਰ ਦੇ ਗਾਈਡਲਾਈਨਾਂ ਕਰਕੇ ਉਹ ਖੋਲ੍ਹੇ ਗਏ ਨੇ। ਅੱਜ 17 ਨਵੰਬਰ ਨੂੰ ਕਿ ਸਾਰੇ ਡੀਏਵੀ ਕਾਲਜ ਦੇ ਬਾਹਰ ਖੜ੍ਹੇ ਆ ਕਿ ਜਿਹੜੇ ਸਟੂਡੈਂਟ ਹੁਣ ਕਲਾਸਾਂ ਦੇ ਵਿੱਚੋਂ ਨੇ, ਕਿਉਂਕਿ ਕਾਫੀ ਚਿਰ ਤੋਂ ਜਿਹੜੇ ਸਟੂਡੈਂਟ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਸਨ ਤੇ ਜਿਹੜੀ ਆਨਲਾਈਨ ਪੜ੍ਹਾਈਆਂ ਚੱਲ ਰਹੀਆਂ ਸੀ, ਐਕਸਪੀਰੀਅੰਸ ਹੈ ਤਾਂ ਬੈਸਟ ਰਿਹਾ ਸੀ। ਪਰ ਜਿਹੜੀ ਆਫਲਾਈਨ ਕਲਾਸਾਂ ਨੇ ਸਟੂਡੈਂਟਾਂ ਦਾ ਕਹਿਣਾ ਉਹ ਸਭ ਤੋਂ ਬੈਸਟ ਹੈ। ਡੀਏਵੀ ਕਾਲਜ ਦੇ ਵਿੱਚ ਖੜੇ ਆ ਕਿਉਂਕਿ ਇੱਥੇ ਹਰ ਇੱਕ ਜੋ ਸੂਬਾ ਸਰਕਾਰ ਦੀਆਂ ਗਾਈਡਲਾਈਨਾਂ ਦਿੱਤੀਆਂ ਗਈਆਂ ਨੇ, ਮਾਰਕਸ ਤੋਂ ਬਗੈਰ ਕਿਸੇ ਬੱਚੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਊਗਾ ਅਤੇ ਸੈਨੀਟਾਈਜ਼ਰ ਦਾ ਪ੍ਰਯੋਗ ਕੀਤਾ ਗਿਆ। ਤੇ ਸਭ ਤੋਂ ਵੱਖਰਾ ਉਪਰਾਲਾ ਕੀਤਾ ਗਿਆ ਕਿ ਕੋਈ ਵੀ ਬੱਚਾ ਜਦੋਂ ਸਕੂਲ ਦੇ ਅੰਦਰ ਐਂਟਰ ਹੁੰਦਾ ਤੇ ਇੱਕ ਸੈਨੀਟਾਈਜ਼ਰ ਜਿਹੜੀ ਮਸ਼ੀਨ ਆ ਉਸ ਦੇ ਅੰਦਰੋਂ ਹੀ ਹੋ ਕੇ ਜਾਊਗਾ। ਦੇਖ ਸਕਦੇ ਹੋ ਤਸਵੀਰਾਂ, ਡੀਏਵੀ ਕਾਲਜ ਵੱਖਰਾ ਉਪਰਾਲਾ ਕੀਤਾ ਜੋ ਸੂਬਾ ਸਰਕਾਰ ਦੀਆਂ ਗਾਈਡਲਾਈਨਾਂ ਨੇ। ਹਰ ਇੱਕ ਬੱਚੇ ਨੂੰ ਮਾਰਕਸ ਪਾ ਕੇ ਇੱਥੇ ਐਂਟਰ ਕੀਤਾ ਜਾਊਗਾ। ਜੇ ਕੋਈ ਮਾਰਕਸ ਤੋਂ ਬਗੈਰ ਆਉਂਦਾ ਹੈ ਉਸ ਨੂੰ ਸਕੂਲ ਦੇ ਅੰਦਰ ਐਂਟਰ ਨਹੀਂ ਕੀਤਾ ਜਾਊਗਾ। ਗੱਲਬਾਤ ਕਰਾਂਗੇ ਸਟੂਡੈਂਟ, ਕੀ ਨਾਮ ਹੈ ਜੀ? ਜੈਦੇਵ ਸਿੰਘ, ਕਿਹੜੀ ਕਲਾਸ? ਬੀਕਾਮ ਸਮੈਸਟਰ 3rd। ਕੀ ਕਹਿਣਾ ਚਾਹੁੰਦੇ ਹੋ? ਲੋਕਡਾਊਨ ਜਾਂ ਕਰੋਨਾ ਦੇ ਕਰਕੇ ਕਾਲਜ ਬੰਦ ਸਨ ਤੇ ਹੁਣ ਖੁੱਲ੍ਹ ਗਏ ਨੇ, ਐਕਸਪੀਰੀਅੰਸ ਕਿੱਦਾਂ ਦਾ ਰਿਹਾ ਆਨਲਾਈਨ ਕਲਾਸਾਂ ਦਾ? ਸਰ ਮੈਂ ਤਾਂ ਤੁਹਾਨੂੰ ਇਹੋ ਕਹਿਣਾ ਚਾਹੁੰਦਾ ਵੀ ਲਾਸ ਬਹੁਤ ਹੋ ਰਿਹਾ ਉਹ ਸਟੂਡੈਂਟਸ ਦਾ, ਕਿਉਂਕਿ ਸਰ ਆਨਲਾਈਨ ਕਲਾਸਾਂ ਦਾ ਨਾ ਫਾਇਦਾ ਨਹੀਂ ਕੋਈ। ਮੀਨਸ ਜਿੱਦਾਂ ਮੈਂ ਹੋਣਾ, ਹੁਣ ਮੈਂ ਕੀ ਕਰਦਾ ਰਿਹਾ, ਮੈਂ ਲੈਕਚਰ ਲਾਈਦਾ ਵਾ ਮੋਬਾਈਲ 'ਤੇ ਲਾਈਦਾ ਲੈਕਚਰ, ਅਤੇ ਮੁੜ ਕੇ ਅਟੈਂਡੈਂਸ ਦੇ ਟਾਈਮ ਜਦੋਂ ਹੋ ਜਾਂਦਾ ਵਾ ਉਦੋਂ ਆਪਾਂ ਅਟੈਂਡੈਂਸ ਅਟੈਂਡ ਕਰ ਲਈ, ਲੈਕਚਰ ਕੋਈ ਨਹੀਂ ਸੁਣੀਦਾ। ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਦਿੰਦਾ, ਬਸ ਇਹੋ ਹੀ ਹੈ। ਇਹ ਲੱਗਦਾ ਕਿ ਜਿਹੜੀ ਆਨਲਾਈਨ ਪੜ੍ਹਾਈ ਆ ਉਹਦੇ ਵਿੱਚ ਸਾਰੀਆਂ ਆਨਲਾਈਨ ਕਲਾਸਾਂ ਲੱਗ ਰਹੀਆਂ, ਨੈਟਵਰਕਿੰਗ ਦੀ ਪ੍ਰੋਬਲਮ ਦੀ ਕਈ ਕੋ ਫੋਨ ਨਹੀਂ ਸਨ, ਤੇ ਜਿਹੜੀ ਆਫਲਾਈਨ ਆ ਜਿਹੜੀ ਕਲਾਸ ਦੇ ਵਿੱਚ ਆ ਕੇ ਕਲਾਸ ਲੱਗਣੀ ਆ ਉਸ ਦਾ ਵਧੀਆ, ਕਿਉਂਕਿ ਇੱਕ ਟੀਚਰ ਦੇ ਨਾਲ ਸਟੂਡੈਂਟ ਦਾ ਟਾਈ ਅਪ ਰਹਿੰਦਾ। ਸਰ ਨੈਟਵਰਕ ਦੀ ਜਦੋਂ ਪ੍ਰੋਬਲਮ ਆ ਜਾਏ ਤੇ ਫਿਰ ਆਪਣੇ ਕੋਲ ਫ਼ੋਨ ਨੰਬਰ ਹੁੰਦਾ ਮੈਡਮ ਦਾ, ਫ਼ੋਨ ਨੰਬਰ ਨਾਲ ਮੈਡਮ ਨੂੰ ਕਹਿ ਦਈਦਾ ਅਟੈਂਡੈਂਸ ਲਾ ਦਿਓ। ਪਰ ਅਗਲਾ ਬੰਦਾ ਗਾੜੀਆਂ ਕਹਿੰਦਾ ਵਾ ਵੀ ਅਟੈਂਡੈਂਸ, ਮਤਲਬ ਤੁਸੀਂ ਹੁਣ ਅਗਲਾ ਸੋਚਦਾ ਵਾ ਵੀ ਤੁਸੀਂ ਮਤਲਬ ਵੈਸੇ ਫ਼ੋਨ ਕੀਤਾ ਸਾਨੂੰ ਵੀ ਬੰਦੇ ਨੇ ਅਟੈਂਡੈਂਸ ਲਵਾਉਣੀ ਆ। ਬਸ ਲੱਗਦਾ ਕਿ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਗਿਆ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹੀਆਂ ਸਭ ਤੋਂ ਵਧੀਆ ਹੈ। ਹਾਂਜੀ ਠੀਕ ਹੈ। ਸਟੂਡੈਂਟਾਂ ਦੇ ਚਿਹਰੇ 'ਤੇ ਕਾਫੀ ਖੁਸ਼ੀ ਹੈ ਤੇ ਖੁਸ਼ੀ ਦੀ ਲਹਿਰ ਤਾਂ ਦਿਖ ਰਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜਾ ਆਨਲਾਈਨ ਕਲਾਸਾਂ ਦਾ ਐਕਸਪੀਰੀਅੰਸ ਆ ਉਹ ਤਾਂ ਬਿਲਕੁਲ ਠੀਕ ਰਿਹਾ, ਪਰ ਜਦੋਂ ਨੈਟਵਰਕਿੰਗ ਦੀ ਪ੍ਰੋਬਲਮ ਆ ਜਾਂਦੀ ਸਨ ਉਦੋਂ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ। ਜਿਹੜੀ ਆਫਲਾਈਨ ਕਲਾਸ ਦਾ ਹੈਗਾ ਕਿ ਇੱਕ ਟੀਚਰ ਤੇ ਸਟੂਡੈਂਟ ਦਾ ਟਾਈਮ ਅਪ ਕਾਫੀ ਰਹਿੰਦਾ ਹੈ। ਦੇਖ ਸਕਦੇ ਹੋ ਕਿ ਮਾਰਕਸ ਤੋਂ ਬਗੈਰ ਕੋਈ ਵੀ ਸਟੂਡੈਂਟ ਅੰਦਰ ਨਹੀਂ ਆ ਸਕਦਾ। ਇਹ ਤਸਵੀਰਾਂ ਅੰਮ੍ਰਿਤਸਰ ਡੀਏਵੀ ਕਾਲਜ ਦੀਆਂ ਨੇ ਜਿੱਥੇ ਕਿ ਸੂਬਾ ਸਰਕਾਰ ਦੀਆਂ ਗਾਈਡਲਾਈਨਾਂ ਦਿੱਤੀਆਂ ਗਈਆਂ ਅਤੇ ਜਿਹੜੀ ਕ੍ਰਾਸਿੰਗ ਆ ਉਸ ਦੇ ਵਿੱਚ ਹੀ ਹਰ ਇੱਕ ਸਟੂਡੈਂਟ ਖਲੋਤਾ ਕਿ ਜਿਹੜਾ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਦਾ ਸੈਨੀਟਾਈਜ਼ਰ ਜਿਹੜਾ ਪ੍ਰਯੋਗ ਹੋ ਰਿਹਾ। ਕਿਉਂ ਸਟੂਡੈਂਟਾਂ ਦਾ ਕਹਿਣਾ ਹੈ ਕਿ ਜਿਹੜਾ ਕਲਾਸਾਂ ਬੰਦ ਸਨ। ਗੱਲਬਾਤ ਵੀ ਕਰਾਂਗੇ ਉਹਨਾਂ ਦਾ ਨਾਮ ਕੀ ਨਾਮ ਹੈ ਜੀ? ਹਰਸ਼ੀਤ ਸ਼ਰਮਾ ਜੀ ਕਿਹੜੀ ਕਲਾਸ ਹੈ? ਸਰ ਬੀਕਾਮ ਫਸਟ ਸਮੈਸਟਰ। ਪੰਜਾਬ ਸਰਕਾਰ ਦੀਆਂ ਗਾਈਡਲਾਈਨਾਂ ਆਈਆਂ ਵਾ ਕਿ ਸਕੂਲ ਅਤੇ ਕਾਲਜ ਖੋਲ੍ਹੇ ਜਾਣ ਤੇ ਕਿੱਦਾਂ ਦਾ ਲੱਗ ਰਿਹਾ ਜੀ? ਵਧੀਆ ਸਰ, ਖੁੱਲ੍ਹਣੇ ਚਾਹੀਦੇ ਪਰ ਸਰ ਸਾਵਧਾਨੀ ਨਾਲ ਖੁੱਲ੍ਹਣੇ ਚਾਹੀਦੇ। ਐਕਸਪੀਰੀਅੰਸ ਕਿੱਦਾਂ ਰਿਹਾ ਆਨਲਾਈਨ ਕਲਾਸਾਂ? ਸਰ ਬਹੁਤ ਅੱਛੀਆਂ ਲੱਗੀਆਂ ਸਰ, ਸਾਰੇ ਅੱਛੇ ਪੜ੍ਹਾਉਂਦੇ, ਸਭ ਬਹੁਤ ਵਧੀਆ ਸਰ। ਆਨਲਾਈਨ ਕਲਾਸਾਂ ਦੇ ਵਿੱਚ ਨੈਟਵਰਕਿੰਗ ਜ਼ਿਆਦਾ ਵੱਧ ਰਹੀ ਸੀ ਤੇ ਨੈਟ ਵੀ ਜ਼ਿਆਦਾ ਯੂਜ਼ ਹੋ ਰਿਹਾ ਸੀ, ਤੇ ਥੋੜੀ ਨੈਟਵਰਕਿੰਗ ਦੀ ਕਿੰਨੀ ਪ੍ਰੋਬਲਮ ਆਉਂਦੀ ਰਹੀ? ਸਰ ਵਿੱਚ ਤੇ ਆਉਂਦੀ ਰਹੀ ਪਰ ਜ਼ਿਆਦਾ ਨਹੀਂ ਆਈ, ਪਰ ਠੀਕ ਸੀ ਸਰ। ਲੱਗਦਾ ਕਿ ਆਨਲਾਈਨ ਕਲਾਸਾਂ ਦਾ ਐਕਸਪੀਰੀਅੰਸ ਪਹਿਲੀ ਵਾਰੀ ਫਸਟ ਵਧੀਆ ਰਿਹਾ, ਪਰ ਆਫਲਾਈਨ ਕਲਾਸ ਕਿ ਇੱਕ ਟੀਚਰ ਅਤੇ ਸਟੂਡੈਂਟ ਦਾ ਟਾਈ ਅਪ ਬੈਸਟ ਰਹਿੰਦਾ ਕਲਾਸ ਦੇ ਵਿੱਚ। ਹਾਂਜੀ ਸਰ, ਹਾਂਜੀ। ਕਾਫੀ ਚਿਹਰਿਆਂ 'ਤੇ ਖੁਸ਼ੀ ਦਿਖ ਰਹੀ ਹੈ ਤੇ ਜਿਹੜੀਆਂ ਕਲਾਸਾਂ ਦੇ ਵਿੱਚ ਵੀ ਅਸੀਂ ਇਸ ਟਾਈਮ ਜਾਵਾਂਗੇ, ਪਰ ਜਿਹੜੀਆਂ ਸੂਬਾ ਸਰਕਾਰ ਦੀਆਂ ਗਾਈਡਲਾਈਨਾਂ ਦਿੱਤੀਆਂ ਨੇ ਸਕੂਲ ਦੇ ਅੰਦਰ ਜਾਂ ਕਾਲਜ ਦੇ ਅੰਦਰ ਐਂਟਰ ਹੁੰਦੇ ਹੀ ਇੱਕ ਸੈਨੀਟਾਈਜ਼ਰ ਦੀ ਜਿਹੜੀ ਮਸ਼ੀਨ ਲੱਗੀ ਆ ਉਸ ਦੇ ਚਲੋ ਹੋ ਕੇ ਆਉਣਾ ਪਊਗਾ, ਕਿਉਂਕਿ ਪੂਰਾ ਜਿਹੜੀ ਬਾਡੀ ਆ ਉਹਦੇ ਨਾਲ ਸੈਨੀਟਾਈਜ਼ਰ ਹੋਏ, ਕਿਉਂਕਿ ਸਾਰੇ ਸਟੂਡੈਂਟ ਬਾਹਰੋਂ ਆਉਂਦੇ ਨੇ ਤੇ ਅੰਦਰ ਆਉਣ ਤੋਂ ਬਾਅਦ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਟੇਬਲਿੰਗ ਆ ਉਸ ਦੇ ਕਲਾਸ ਦੇ ਵਿੱਚ 2 ਟੇਬਲ ਛੱਡ ਕੇ ਸਟੂਡੈਂਟ ਨੂੰ ਬਿਠਾਇਆ ਜਾਊਗਾ ਅਤੇ ਮਾਸਕ ਤੋਂ ਬਗੈਰ ਕਿਸੇ ਨੂੰ, ਤੇ ਸਟੂਡੈਂਟਾਂ ਨੂੰ ਇੱਕੋ ਹੀ ਹਦਾਇਤ ਦਿੱਤੀ ਜਾ ਰਹੀ ਹੈ ਕਿ ਕਿਸੇ ਨੇ ਆਪਣਾ ਖਾਣਾ ਜਾਂ ਪਾਣੀ ਨਾ ਸ਼ੇਅਰ ਕੀਤਾ ਜਾਵੇ। ਪੰਜਾਬ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨਾਂ ਆਈਆਂ ਨੇ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿੱਚ, ਤੇ ਹੁਣ ਗੱਲਬਾਤ ਕਰਾਂਗੇ ਪ੍ਰਿੰਸੀਪਲ ਨਾਲ, ਉਹਨਾਂ ਦਾ ਕੀ ਸਰ ਆਪਣਾ ਨਾਮ ਤੇ ਡੈਗਨੇਸ਼ਨ? ਮਾਈਸੈਲਫ ਡਾਕਟਰ ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀਏਵੀ ਕਾਲਜ ਅੰਮ੍ਰਿਤਸਰ। ਸੂਬਾ ਸਰਕਾਰ ਦੀਆਂ ਗਾਈਡਲਾਈਨਾਂ ਇਹ ਕਾਫੀ ਲੋਕਡਾਊਨ ਜਾਂ ਕਰੋਨਾ ਦੀ ਮਹਾਮਾਰੀ ਕਰਕੇ ਕਾਲਜ ਸਕੂਲ ਬੰਦ ਹੋ ਗਏ ਸਨ, ਕੀ ਕਹਿਣਾ ਚਾਹੁੰਦੇ? ਦੇਖੋ ਸਰ, ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ, ਪੂਰੀ ਦੁਨੀਆ ਨੂੰ ਇਹਨਾਂ ਨੇ ਬੰਦ ਕਰਕੇ ਰੱਖ ਦਿੱਤਾ। ਔਰ ਹੁਣ 8 ਮਹੀਨੇ ਦੇ ਬਾਅਦ ਜਿਹੜੀਆਂ ਅਨਲੌਕ ਗਾਈਡਲਾਈਨ ਸ਼ੁਰੂ ਹੋਈਆਂ, ਔਰ ਐਜੂਕੇਸ਼ਨ ਜਿਹੜਾ ਸੈਕਟਰ ਹੈ ਇਹ ਸਭ ਤੋਂ ਲਾਸਟ ਵਿੱਚ ਖੁੱਲ੍ਹਿਆ, ਔਰ ਇਹ ਇਹਦਾ ਜ਼ਰੂਰੀ ਵੀ ਸੀਗਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਕਰਾਊਡ ਹੁੰਦੀ ਹੈ, ਬੱਚੇ ਛੋਟੇ ਵੀ ਹੁੰਦੇ ਆ ਸਕੂਲ ਐਜੂਕੇਸ਼ਨ ਦੇ ਵਿੱਚ, ਹਾਇਰ ਐਜੂਕੇਸ਼ਨ ਦੇ ਵਿੱਚ, ਤੇ ਪ੍ਰੀਕਾਸ਼ਨ ਲੈਣੀਆਂ ਬਹੁਤ ਜ਼ਰੂਰੀ ਸੀਗੀਆਂ। ਹੁਣ ਗਵਰਨਮੈਂਟ ਨੇ ਦੇਖਿਆ ਕਿ ਕਰੋਨਾ ਦਾ ਜਿਹੜਾ ਪ੍ਰਕੋਪ ਹੈ ਕਾਫੀ ਘਟ ਗਿਆ, ਔਰ ਕੁਝ ਗਾਈਡਲਾਈਨ ਦੇ ਨਾਲ ਅਸੀਂ ਬੱਚਿਆਂ ਦੀ ਜਿਹੜਾ ਪੜ੍ਹਾਈ ਦਾ ਹੋਰ ਜ਼ਿਆਦਾ ਨੁਕਸਾਨ ਨਹੀਂ ਕਰ ਸਕਦੇ, ਇਸ ਕਰਕੇ ਉਹਨਾਂ ਨੂੰ ਜਿਹੜਾ ਕਾਲਜ ਦੇ ਸਕੂਲਾਂ 'ਚ ਬੁਲਾਉਣਾ ਜਿਹੜਾ ਉਹ ਜ਼ਰੂਰੀ ਹੋ ਗਿਆ ਸੀ। ਹੁਣ ਸਰ ਜੇ ਗੱਲ ਕੀਤੀ ਜਾਵੇ ਕਲਾਸ ਦੀ, ਕਲਾਸ ਦੇ ਵਿੱਚ ਕੀ ਇੰਤਜ਼ਾਮ ਪੱਕੇ ਕੀਤੇ ਗਏ, ਕਿਉਂਕਿ ਬੱਚੇ ਕਾਫੀ ਇੱਕ ਦੂਜੇ ਦੇ ਨਾਲ ਬੈਠਦੇ ਆ?
ਸਰ ਦੇਖੋ ਡੀਏਵੀ ਕਾਲਜ ਅੰਮ੍ਰਿਤਸਰ ਨੇ ਇੱਕ ਪਾਲਿਸੀ ਬਣਾਈ ਹੈ ਕਿ ਅਸੀਂ ਸਾਰੇ ਬੱਚੇ ਇਕੱਠੇ ਇੱਕੋ ਸਮੇਂ ਨਹੀਂ ਬੁਲਾਵਾਂਗੇ, ਕਿਉਂਕਿ ਸਾਡੇ ਕੋਲ 3000 ਦੇ ਕਰੀਬ ਜਿਹੜੀ ਸਟਰੈਂਥ ਜਿਹੜੀ ਹੁੰਦੀ ਹੈ ਤੇ ਅਸੀਂ ਇਕੱਠੇ ਬੱਚੇ ਨਹੀਂ ਬੁਲਾ ਸਕਦੇ। ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਬੱਚਿਆਂ ਨੂੰ ਪ੍ਰੈਕਟੀਕਲ ਕਲਾਸਾਂ ਜਿਹੜੀਆਂ ਉਹ ਸਭ ਤੋਂ ਪਹਿਲਾਂ ਸ਼ੁਰੂ ਕੀਤੀਆਂ ਜਾਣ, ਲੈਬਸ ਦੇ ਵਿੱਚ ਬੱਚੇ ਆਉਣ, ਕਿਉਂਕਿ ਥਿਉਰੀ ਦਾ ਸਿਲੇਬਸ ਉਹਨਾਂ ਦਾ ਖਤਮ ਹੋ ਚੁੱਕਾ ਕਾਫੀ, ਕਿਉਂਕਿ ਅਗਸਤ ਮਹੀਨੇ ਤੋਂ ਕਲਾਸਾਂ ਜਿਹੜੀਆਂ ਉਹ ਚੱਲ ਰਹੀਆਂ। ਗੱਲ ਕੀਤੀ ਜਾਵੇ ਆਨਲਾਈਨ ਕਲਾਸਾਂ ਦੀ, ਕਈ ਪੇਰੈਂਟਸ ਅਜੇ ਤੱਕ ਆਪਣੇ ਬੱਚਿਆਂ ਨੂੰ ਨਹੀਂ ਸਕੂਲ ਭੇਜੇ, ਉਹ ਆਨਲਾਈਨ ਕਲਾਸਾਂ ਅਜੇ ਤੱਕ ਚੱਲਣਗੀਆਂ? ਸਰ ਆਰਟਸ, ਕਾਮਰਸ ਔਰ ਪੀਜੀ ਦੀਆਂ ਕਲਾਸਾਂ ਅਜੇ ਆਨਲਾਈਨ ਚੱਲ ਰਹੀਆਂ। ਅਸੀਂ ਸਾਇੰਸ ਦੀਆਂ ਕਲਾਸਾਂ ਅਜੇ ਅਸੀਂ ਪ੍ਰੈਕਟੀਕਲ ਵਾਸਤੇ ਸ਼ੁਰੂ ਕੀਤੀਆਂ ਔਰ ਕੁਝ ਦਿਨਾਂ ਦੇ ਵਿੱਚ ਅਸੀਂ ਜਿਹੜੀ ਪੋਸਟ ਗ੍ਰੈਜੂਏਟ ਕਲਾਸਿਸ ਹੈ ਉਹਨਾਂ ਨੂੰ ਇੱਥੇ ਬੁਲਾਵਾਂਗੇ ਫੇਸ ਮੈਨਰ ਦੇ ਵਿੱਚ। ਔਰ ਅਗਰ ਮਾਹੌਲ ਠੀਕ ਰਿਹਾ ਔਰ ਅਗਰ ਇਹ ਠੀਕ ਸਾਡਾ ਐਕਸਪੈਰੀਮੈਂਟ ਕਾਮਯਾਬ ਹੋ ਜਾਂਦਾ ਤੇ ਅਸੀਂ ਅਗਲੇ ਹਫਤੇ ਤੋਂ ਜਿਹੜੀ ਆਰਟਸ ਔਰ ਕਾਮਰਸ ਦੀਆਂ ਕਲਾਸਾਂ ਜਿਹੜੀਆਂ ਉਹ ਅਸੀਂ ਆਫਲਾਈਨ ਇੱਥੇ ਲਗਾਵਾਂਗੇ ਕਾਲਜ। ਜੇ ਗੱਲ ਕੀਤੀ ਜਾਵੇ ਸਰ ਕਿ ਕੋਈ ਡਿਪਾਰਟਮੈਂਟ ਜਾਂ ਕਮਰਾ ਕੋਈ ਬਣਾਇਆ ਗਿਆ ਕਿ ਕਿਸੇ ਦੇ ਵਿੱਚ ਕੋਈ ਲੱਗਦਾ ਕਿ ਸ਼ੱਕੀ ਤੌਰ ਤੇ ਕੋਈ ਲੱਗਦਾ ਕਿ ਕਰੋਨਾ ਦਾ ਮੈਗਾ, ਤੇ ਕੋਈ ਇਹਦਾ ਇੰਤਜ਼ਾਮ ਕੀਤੇ ਗਏ? ਦੇਖੋ ਸਰ ਸਾਡੇ ਕੋਲ ਡੀਏਵੀ ਕਾਲਜ ਅੰਮ੍ਰਿਤਸਰ ਬੜਾ ਭਾਗਿਆਸ਼ਾਲੀ ਹੈ ਕਿ ਸਾਡੇ ਕੋਲ ਕੁਆਲੀਫਾਈਡ ਐਮਬੀਬੀਐਸ ਡਾਕਟਰ ਹੈ ਸਾਡੇ ਕੋਲ ਕਾਲਜ ਦੇ ਵਿੱਚ, ਔਰ ਉਹਦੀ ਜਿਹੜੀ ਡਿਊਟੀ ਹੈ ਉਹ ਰੋਜ਼ ਅਸੀਂ ਕਰੋਨਾ ਦੌਰਾਨ ਉਹਦੀ ਇੱਕ ਵੀ ਛੁੱਟੀ ਉਹਨਾਂ ਨੂੰ ਨਹੀਂ ਦਿੱਤੀ, ਅਸੀਂ ਉਹ ਰੋਜ਼ ਕਾਲਜ ਆਉਂਦੇ ਆ। ਔਰ ਇਦਾਂ ਦਾ ਸਾਨੂੰ ਅਗਰ ਕੋਈ ਸ਼ੱਕੀ ਵਿਅਕਤੀ ਮਿਲੇਗਾ ਤੇ ਅਸੀਂ ਸਿੱਧਾ ਡਾਕਟਰ ਦੇ ਉਹਨੂੰ ਐਮਆਈ ਰੂਮ ਦੇ ਵਿੱਚ ਨੂੰ ਲੈ ਕੇ ਜਾਵਾਂਗੇ ਔਰ ਉਹਨੂੰ ਅਸੀਂ ਆਈਸੋਲੇਟ ਕਰਾਂਗੇ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕਰਵਾਵਾਂਗੇ ਅਸੀਂ। ਸਰ ਇਹ ਗੱਲ ਕੀਤੀ ਜਾਵੇ ਪੇਰੈਂਟਸ ਦੀ, ਕਈ ਪੇਰੈਂਟਸ ਇਹ ਚਿੰਤਾ ਦੇ ਵਿਸ਼ਾ ਬਣੇ ਚੁੱਕੇ ਆ ਕਿ ਬੱਚਿਆਂ ਦੇ ਕਰੋਨਾ ਹੈਗਾ ਵਾ ਕਿਉਂਕਿ ਬੱਚੇ ਸਕੂਲ 'ਚ ਜਾਣਗੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਡੇ ਚੈਨਲ ਤੋਂ? ਦੇਖੋ ਸਰ ਪੇਰੈਂਟਸ ਵਾਸਤੇ ਇਹੀ ਮੈਸੇਜ ਹੈ ਕਿ ਉਹ ਪੂਰਾ ਬੱਚਿਆਂ ਦਾ ਆਪਣੀ ਮਤਲਬ ਪ੍ਰੀਕਾਸ਼ਨ ਜਿਹੜੀਆਂ ਉਹ ਲੈਣ, ਭੀੜ ਵਾਲੀਆਂ ਥਾਵਾਂ ਦੇ ਬੱਚਿਆਂ ਨੂੰ ਨਾ ਭੇਜਣ ਔਰ ਜਿੰਨਾ ਵੀ ਹੋ ਸਕੇ ਜਿੰਨੇ ਵੀ ਮਤਲਬ ਮਾਸਕ ਵਗੈਰਾ ਪਹਿਨਣ ਔਰ ਸੈਨੀਟਾਈਜ਼ਰ ਦਾ ਇਸਤੇਮਾਲ ਕਰਨ ਔਰ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ, ਕਿਉਂਕਿ ਇਹ ਜਿਹੜਾ ਪਰਹੇਜ਼ ਹੈ ਇਹੀ ਉਹਦਾ ਇਲਾਜ ਹੈ ਇੱਕ ਤਰ੍ਹਾਂ ਦਾ। ਔਰ ਜਿੰਨਾ ਅਸੀਂ ਇਹਨੂੰ ਫੋਲੋ ਕਰਾਂਗੇ ਉਨਾ ਹੀ ਸਾਡੇ ਵਾਸਤੇ ਠੀਕ ਹੋਏਗਾ। ਔਰ ਪੇਰੈਂਟਸ ਵਾਸਤੇ ਮੇਰਾ ਖਾਸ ਕਰਕੇ ਇਹੀ ਮੈਸੇਜ ਹੈ ਕਿ ਬੱਚਿਆਂ ਦਾ ਜਿਹੜਾ ਉਹਨਾਂ ਦਾ ਮਤਲਬ ਕਰਾਊਡ ਵਾਲੀ ਜਗ੍ਹਾ ਤੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਕਿਆ ਜਾ ਸਕੇ, ਨਾ ਜਾਣ ਦਿੱਤਾ ਜਾਏ ਉਹਨਾਂ ਨੂੰ। ਜਿਹੜਾ ਸੂਬਾ ਸਰਕਾਰ ਦਾ ਜਿਹੜਾ ਫੈਸਲਾ, ਇਹ ਤੋਂ ਕਿੰਨਾ ਹੁਣ ਤੁਸੀਂ ਸੈਟੀਸਫਾਈ ਹੈ? ਪਲੀਜ਼ ਸੂਬਾ ਸਰਕਾਰ ਦਾ ਜਿਹੜਾ ਫੈਸਲਾ ਆਇਆ, ਇਹ ਤੋਂ ਕੀ ਲੱਗਦਾ ਕਿ ਪਹਿਲਾਂ ਫੈਸਲਾ ਲੈਣਾ ਚਾਹੀਦਾ ਸੀ ਕਿਉਂਕਿ ਸਟੱਡੀ ਕਾਫੀ ਪੈ ਗਈ ਸੀ? ਸਰ ਇੱਕ ਦੂਜੀ ਗੱਲ ਹੋਰ ਹੈ ਕਿ ਜਿਹੜੀ ਆਨਲਾਈਨ ਕਲਾਸਾਂ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ? ਸਰ ਆਨਲਾਈਨ ਕਲਾਸਾਂ ਦਾ ਐਕਸਪੀਰੀਅੰਸ ਕੁਛ ਤੇ ਜਿਹੜੇ ਬੱਚੇ ਸਾਡੇ ਕੰਪਿਊਟਰ ਦੀ ਕਲਾਸਿਸ ਵਾਲੇ ਬੱਚੇ ਹੈਗੇ ਆ ਜਾਂ ਕੰਪਿਊਟਰ ਸੈਵੀ ਜਿਹੜੇ ਪਬਲਿਕ ਸਕੂਲਾਂ ਦੇ ਬੈਕਗ੍ਰਾਉਂਡ ਤੋਂ ਬੱਚੇ ਜਿਹੜੇ ਨੇ ਉਹਨਾਂ ਦੇ ਬਹੁਤ ਅੱਛਾ ਰਿਸਪੌਂਸ ਦਿੱਤਾ ਇਸ ਗੱਲ ਦਾ, ਉਹਦੇ ਬਹੁਤ ਕੰਫਰਟੇਬਲ ਹੈ। ਲੇਕਿਨ ਸਾਡੇ ਕੁਝ ਵਿਲੇਜ ਬੈਕਗ੍ਰਾਉਂਡ ਦੇ ਗਵਰਨਮੈਂਟ ਸਕੂਲਾਂ ਤੋਂ ਬੱਚੇ ਆਉਂਦੇ ਆ ਉਹ ਕੰਪਿਊਟਰ ਸੈਵੀ ਨਹੀਂ ਹੈਗੇ ਔਰ ਕਈ ਉਹਨਾਂ ਦੀ ਇਕਨੋਮਿਕ ਬੈਕਗ੍ਰਾਉਂਡ ਵੀ ਇਸ ਤਰ੍ਹਾਂ ਦੀ ਹੈ ਕਿ ਉਹਨਾਂ ਕੋਲ ਜ਼ਿਆਦਾ ਪੈਸੇ ਨਹੀਂ ਹੈਗੇ, ਅੱਛੇ ਮੋਬਾਈਲ ਉਹ ਨਹੀਂ ਅਫੋਰਡ ਕਰ ਸਕਦੇ, ਕਨੈਕਟੀਵਿਟੀ ਦੀ ਪ੍ਰੋਬਲਮ ਹੈ। ਤੇ ਕੁੱਲ ਮਿਲਾ ਕੇ ਅਗਰ ਦੇਖਿਆ ਜਾਏ ਤੇ ਇਹ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਇਸ ਸਮੇਂ ਅਜੇ ਕਾਮਯਾਬ ਮੈਥਡ ਨਹੀਂ ਹੈਗਾ। ਇਹਨੂੰ ਟਾਈਮ ਲੱਗੇਗਾ ਕਨੈਕਟੀਵਿਟੀ ਨੂੰ ਪਹੁੰਚਾਉਣ ਵਾਸਤੇ, ਲੋਕਾਂ ਦੀ ਇਕਨੋਮਿਕ ਕੰਡੀਸ਼ਨ ਠੀਕ ਹੋਣ ਤੱਕ, ਔਰ ਬੱਚਿਆਂ ਨੂੰ ਟਿਊਨ ਟੂ ਹੋਣਾ ਪਏਗਾ। ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਸਕਰੀਨ ਟਾਈਮ ਹੈ ਇੰਨਾ ਜ਼ਿਆਦਾ ਵੱਧ ਜਾਂਦਾ, ਕੁਝ ਬੱਚੇ ਜਿਹੜੇ ਅੱਖਾਂ ਦੀ ਪ੍ਰੋਬਲਮ ਔਰ ਸਿਰ ਦਰਦ ਦੀ ਜਿਹੜੀ ਸ਼ਿਕਾਇਤ ਵੀ ਉਹ ਕਰਦੇ ਆ। ਤੇ ਮੇਰਾ ਖਿਆਲ ਹੈ ਕਿ ਸਾਨੂੰ ਆਫਲਾਈਨ ਜਿਹੜਾ ਨਾ ਇਹ ਸਾਨੂੰ ਸ਼ੁਰੂ ਕਰਨਾ ਹੀ ਪਏਗਾ। ਔਰ ਅਗਰ ਇਹ ਦੋਨੋਂ ਨੂੰ ਬਲੈਂਡ ਕਰਕੇ ਰੱਖੀਏ ਆਨਲਾਈਨ ਔਰ ਆਫਲਾਈਨ, ਤੇ ਮੇਰਾ ਖਿਆਲ ਹੈ ਦੈਟ ਵਿਲ ਬੀ ਦਾ ਬੈਸਟ ਮਾਡਲ ਦੈਟ ਵੀ ਕੈਨ ਆਫਰ ਟੂ ਦਾ ਪਬਲਿਕ। ਇਹ ਦੇਖ ਸਕਦੇ ਹੋ ਕਿ ਬੱਚਿਆਂ ਦੇ ਜਿਹੜੀਆਂ ਕਲਾਸਾਂ ਲੱਗ ਰਹੀਆਂ ਤੇ ਟੀਚਰ ਵੀ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾ ਕੇ ਪ੍ਰੋਵਾਈਡ ਕੀਤਾ ਜਾ ਰਿਹਾ ਕਿਉਂਕਿ ਸਟੱਡੀ ਕਾਫੀ ਪਿੱਛੇ ਪੈ ਗਈ। ਪਰ ਉਹਨਾਂ ਦਾ ਪ੍ਰਿੰਸੀਪਲ ਦਾ ਇਹ ਕਹਿਣਾ ਹੈ ਕਿ ਜਿਹੜੀ ਆਫਲਾਈਨ ਕਲਾਸਾਂ ਤੇ ਜਾਂ ਆਨਲਾਈਨ ਕਲਾਸਾਂ ਦੇ ਵਿੱਚ ਕਾਫੀ ਤਾਲਮੇਲ ਹੈਗਾ, ਪਰ ਜਿਹੜੀ ਨੈਟਵਰਕਿੰਗ ਦੀ ਪ੍ਰੋਬਲਮ ਦੀ ਗੱਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਕਈ ਬੱਚਿਆਂ ਕੋਲ ਜਿਹੜੇ ਫੋਨ ਜਾਂ ਨੈਟਵਰਕਿੰਗ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ ਉਸ ਨੂੰ ਦਾਇਰੇ ਦੇ ਵਿੱਚ ਰੱਖਦੇ ਹੋ ਜਿਹੜਾ ਸੂਬਾ ਸਰਕਾਰ ਦਾ ਜਿਹੜਾ ਫੈਸਲਾ ਹੈ ਉਹ ਸਭ ਤੋਂ ਵਧੀਆ। ਸਾਡੇ ਨਾਲ ਟੀਚਰ ਵੀ ਮੌਜੂਦ ਹੈ। ਹਾਂਜੀ ਸਰ, ਆਪਣਾ ਨਾਮ ਬਤਾਈਏ। मेरा नाम जी डॉक्टर मनीष गुप्ता है, मैं केमिस्ट्री डिपार्टमेंट ਵਿੱਚ टीचर। ਪੰਜਾਬ ਸਰਕਾਰ ਦਾ ਜਿਹੜਾ ਫੈਸਲਾ ਆਇਆ ਕਿ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ, ਕੀ ਹਦਾਇਤਾਂ ਦਿੱਤੀਆਂ ਗਈਆਂ? ਪੰਜਾਬ ਗਵਰਨਮੈਂਟ ਦੀ ਹਦਾਇਤਾਂ ਦੇ ਹਿਸਾਬ ਨਾਲ ਸਾਨੂੰ ਪਹਿਲੀ ਗੱਲ ਤਾਂ ਕਰੋਨਾ ਤੋਂ ਬਚਣਾ ਹੈਗਾ। ਕਰੋਨਾ ਤੋਂ ਬਚਣ ਲਈ ਸਾਨੂੰ ਪ੍ਰੋਪਰ ਡਿਸਟੈਂਸਿੰਗ ਕਰਨੀ ਪਏਗੀ, ਮਾਸਕ ਯੂਜ਼ ਕਰਨਾ ਪਏਗਾ, ਬੱਚਿਆਂ ਦਾ ਖਿਆਲ ਰੱਖਣਾ ਪਏਗਾ। ਇਹ ਬਹੁਤ ਜ਼ਰੂਰੀ ਹੈਗਾ। ਅਸੀਂ ਆਪਣੇ ਬੱਚਿਆਂ ਨੂੰ ਰਿਸਕ ਤੇ ਨਹੀਂ ਰੱਖ ਸਕਦੇਗੇ। ਪਰ ਜਿਵੇਂ ਕਿ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਆਨਲਾਈਨ ਕਲਾਸਿਸ ਦਾ ਕੁਝ ਲਿਮਿਟੇਸ਼ਨ ਸੀਗੀਆਂ ਕਿ ਬੱਚਿਆਂ ਨਾਲ ਇੰਟਰੈਕਸ਼ਨ ਨਹੀਂ ਸੀਗੀ, ਇੱਕ ਆਈ ਟੂ ਆਈ ਕੰਟੈਕਟ, ਬੋਡੀ ਲੈਂਗੁਏਜ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਉਹ ਨਹੀਂ ਹੋ ਪਾ ਰਿਹਾ ਸੀਗਾ। ਦੂਜੀ ਗੱਲ ਪ੍ਰੈਕਟੀਕਲ ਜਿਹੜਾ ਹੈਗਾ ਵਾ ਉਹ ਅਸੀਂ ਲੈਬ ਵਿੱਚ ਹੀ ਕਰ ਸਕਦੇ ਹਾਂ, ਕਦੇ ਵੀ ਆਨਲਾਈਨ ਨਹੀਂ ਕਰਾ ਸਕਦੇਗੇ। ਬੱਚਿਆਂ ਦੀ ਕੁਝ ਪ੍ਰੋਬਲਮ ਵੀ ਸੀਗੀਆਂ ਜਿਵੇਂ ਕਨੈਕਟੀਵਿਟੀ ਇਸ਼ੂ। ਸਾਡੇ ਕਈ ਬੱਚੇ ਪਿੰਡਾਂ ਤੋਂ ਆਉਂਦੇ ਨੇ ਜਿਵੇਂ ਤਰਨਤਾਰਨ ਤੋਂ, ਖਡੂਰ ਸਾਹਿਬ ਤੋਂ, ਉਹ ਕਹਿੰਦੇ ਸੀਗੇ ਕਿ ਜੀ ਕਨੈਕਟੀਵਿਟੀ ਦੀ ਇਸ਼ੂ ਹੈਗਾ ਵਾ। ਦੂਸਰਾ ਸਕਰੀਨ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਕਿ ਸਕਰੀਨ ਟਾਈਮ ਹੋਣ ਦੇ ਕਾਰਨ ਬੱਚਿਆਂ ਨੂੰ ਅੱਖਾਂ ਦੀਆਂ ਪ੍ਰੋਬਲਮ, ਸਿਰ ਦਰਦ ਵਗੈਰਾ ਵਗੈਰਾ ਕਈ ਚੀਜ਼ਾਂ ਡਿਫਿਕਲਟੀਜ਼ ਫੇਸ ਕਰਨੀਆਂ ਪੈਂਦੀਆਂ ਸੀ। ਸੋ ਜੋ ਪੰਜਾਬ ਗਵਰਨਮੈਂਟ ਦਾ ਜਾਂ ਸੈਂਟਰਲ ਗਵਰਨਮੈਂਟ ਦਾ ਡਿਸੀਜਨ ਹੈਗਾ ਕਿ ਕਲਾਸਿਸ ਆਫਲਾਈਨ ਕਰਤੀਆਂ ਨੇ, ਉਹਦੇ ਕਾਰਨ ਬੱਚਿਆਂ ਵਿੱਚ ਥੋੜ੍ਹਾ ਜਿਹਾ ਖੁਸ਼ੀ ਵੀ ਹੈਗੀ ਹੈ ਕਿ ਉਹ ਟੀਚਰਸ ਨਾਲ ਇੰਟਰੈਕਟ ਕਰਨਗੇ, ਆਪਸ 'ਚ ਇੰਟਰੈਕਟ ਕਰਨਗੇ, ਕਈ ਚੀਜ਼ਾਂ ਬਿਹਤਰ ਸਮਝ ਪਾਉਣਗੇ ਕਾਲਜ ਵਿੱਚ ਆ ਕੇ, ਜਿਹੜੀ ਕਿ ਆਨਲਾਈਨ ਪੋਸੀਬਲ ਨਹੀਂ ਸੀਗੀਆਂ। माई डॉक्टर जे महेंद्रू, मैं DAV कॉलेज च केमिस्ट्री डिपार्टमेंट में। देखो सर, काफ़ी देर तो लॉकडाउन चल रहा सी ते लॉकडाउन करके बच्चों की पढ़ाई के लिए ऑनलाइन बहुत कोशिशां कीतियां गईयां, पर प्रैक्टिकली जे बच्चों को असीं कुछ चीज़ सिखानी है तो वो प्रैक्टिकल क्लासिस जड़ियां हैं ऑफलाइन ही चल सकदियां ने। असीं वीडियो लैक्चर्स भी तैयार किए, असीं बच्चों दी ऑनलाइन क्लासिस भी लगाईयां, लेकिन बच्चों को एक सैटिस्फैक्शन हुंदी है जदों ऑफलाइन अपने हत्थां नाल प्रैक्टिकल करके देखते हैं।
ਸੋ ਉਸੇ ਸਿਲਸਿਲੇ ਦੇ ਵਿੱਚ ਅਸੀਂ DAV ਕਾਲਜ ਅੰਮ੍ਰਿਤਸਰ ਨੇ ਆ ਇੱਕ ਸ਼ੁਰੂਆਤ ਕੀਤੀ ਹੈ ਕਿ ਅਸੀਂ ਜਿਹੜੀਆਂ ਕਲਾਸਿਸ ਹੈ ਉਹ ਆਫਲਾਈਨ ਸ਼ੁਰੂ ਕਰੀਏ। ਲੇਕਿਨ ਇਹਦੇ ਲਈ ਜੋ ਪੰਜਾਬ ਸਰਕਾਰ ਜਾਂ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਹੈ ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ। ਉਹਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਫੇਜ਼ਡ ਮੈਨਰ ਦੇ ਵਿੱਚ ਕਾਲਜਿਸ ਨੂੰ ਖੋਲ੍ਹਿਆ ਜਾਵੇ। ਉਸ ਲੜੀ ਦੇ ਵਿੱਚ ਅਸੀਂ ਪਹਿਲੇ ਸ਼ੁਰੂਆਤ ਕੀਤੀ ਹੈ ਕਿ ਪੋਸਟ ਗ੍ਰੈਜੂਏਟ ਕਲਾਸਿਸ ਤੇ ਫਾਈਨਲ ਈਅਰ ਦੀਆਂ ਕਲਾਸਿਸ ਦੇ ਪ੍ਰੈਕਟੀਕਲਸ ਨੂੰ ਆਪਾਂ ਸ਼ੁਰੂ ਕਰੀਏ ਐਂਡ ਨੈਕਸਟ ਵੀਕ ਤੋਂ ਅਸੀਂ ਗ੍ਰੈਜੂਅਲੀ ਇਸ ਚੀਜ਼ ਨੂੰ ਹੋਰ ਵਧਾਵਾਂਗੇ ਸੋ ਦੈਟ ਕਿ ਫੇਜ਼ਡ ਮੈਨਰ ਦੇ ਵਿੱਚ ਸਾਰਾ ਕਾਲਜ ਜਿਹੜਾ ਹੈ ਉਹ ਪ੍ਰੋਪਰਲੀ ਆਪਣੀ ਵਰਕਿੰਗ ਆਰਡਰ ਦੇ ਵਿੱਚ ਆ ਜਾਵੇ। थैंक यू जी। डॉक्टर किरण खन्ना, एसोसिएट प्रोफेसर डिपार्टमेंट ऑफ हिंदी। जी सर, फैसला बिल्कुल सही है, सटीक है और समय के अनुसार है। अब ये समय आ गया है कि हम लोग कोविड को ना अपने दूसरी जो प्रॉब्लम्स हैं उनकी तरह लाइफ का एक हिस्सा मान के चलें, इसे डरे नहीं, डट के इसका मुकाबला करें और इसके साथ अपनी जो ज़िंदगी की दूसरी गतिविधियाँ हैं जिसमें व्यवसाय है या जिसमें शिक्षा है उसको भी हम अब कंटिन्यू करें, हम सक्रिय हो जाएं। हमारे विद्यार्थी भी तैयार हैं कॉलेजेस में आने के लिए और कॉलेजेस ने बहुत बड़े पैमाने पर तैयारियां की हैं। उनके लिए सभी जगह पे सैनिटाइजर्स इंतज़ाम किया गया, क्लासेस सैनिटाइज की गई हैं हर जगह पे और स्टूडेंट्स के लिए मास्क अनिवार्य किया गया है। कोई भी स्टूडेंट मास्क के बिना नहीं आएगा। एक निश्चित जो पंजाब सरकार की तरफ से या केंद्र सरकार की तरफ से जो संख्या निश्चित है स्टूडेंट्स की, उसके अकॉर्डिंग ही क्लासेस लगेंगी हमारी। उससे ज़्यादा जो स्टूडेंट्स हैं वो क्लास में नहीं बैठ पाएंगे और स्टूडेंट्स को एक क्रम में बुलाया जाएगा ताकि कॉलेज में किसी भी किस्म की कोई भीड़ इकट्ठी ना हो। और हमारे कॉलेज ने सबसे बड़ा जो एक बहुत अच्छा काम किया है, कॉलेज लगाने से पहले हमारे प्रिंसिपल सर के नेतृत्व में सारे ही टीचिंग और नॉन टीचिंग स्टाफ का कोविड टेस्ट हुआ है और भगवान की दया से कोई भी हमारा टीचिंग और नॉन टीचिंग का कोई भी सदस्य जो है ना वो पॉजिटिव नहीं आया, सभी नेगेटिव आए हैं। तो अगर हमें ज़रूरत पड़ती है तो हम भविष्य में भी ऐसी गतिविधियां सक्रिय रखेंगे। अगर हमें ज़रूरत पड़ती है हम विद्यार्थियों के लिए भी ऐसा सोच सकते हैं, लेकिन अभी जो कॉलेज के लिए कॉलेज की तरफ से तैयारी है उसमें किसी भी तरह की कोई कमी नहीं है और हर तरह से क्लासेस, विद्यार्थी, अध्यापक और प्रबंधन सभी कॉलेजेस लगाने के लिए तैयार हैं और UGC के जो निर्देश आए हैं उसके अनुसार हम लोग अपनी क्लासेस को कंटिन्यू कर रहे हैं। एक बार कॉलेज खोले गए, खुल गए। क्लास ही गई कि पेरेंट्स अभी चिंता का विषय बना कि हमारे बच्चों को कोरोना ना हो जाए, ऑनलाइन क्लास करेंगे। ये बड़ा ही महत्वपूर्ण प्रश्न आपने पूछा मनी जी। ये बहुत ज़रूरी है क्योंकि जो हमारे बच्चे 30-40 किलोमीटर से आते, कोई चोला साहब से आ रहा है, कोई रैया से आ रहा है, कोई जंडियाला, कोई तरन तारन से, तो हमें ऑनलाइन क्लास का साथ में प्रावधान मिलेगा। अभी तक इसका कोई हमें रिटर्न नहीं आया कि ऑनलाइन आपने नहीं लगानी। हमारी ऑनलाइन और ऑफलाइन अभी दोनों चलेंगी, लेकिन अभी आज तक हमारी ऑनलाइन ही चल रही है। हमारे प्रैक्टिकल्स शुरू हुए हैं, अभी हमारे नए निर्देश आने वाले हैं और हमारी क्लासेस पूरी तरह से फाइनल ईयर जो हमारे अंतिम साल हैं, MA फाइनल ईयर और BA फाइनल ईयर, ये तो बिल्कुल पूरी तरह से ऑफलाइन क्लासेस चलेंगी। जो पहला सेमेस्टर है, फर्स्ट सेमेस्टर और थर्ड सेमेस्टर, उसके लिए UGC के निर्देशों के अनुसार आगे हमें निर्देश आएंगे। ਇਹ ਸਨ ਸਕੂਲ ਦੇ ਟੀਚਰ ਅਤੇ ਪ੍ਰਿੰਸੀਪਲ ਨਾਲ ਵੀ ਗੱਲ ਹੋਈ ਤੇ ਜਿਹੜਾ ਉਹਨਾਂ ਦਾ ਕਹਿਣਾ ਸੀ ਸੂਬਾ ਸਰਕਾਰ ਦੇ ਜਿਹੜਾ ਫੈਸਲਾ ਆਇਆ ਹੈ ਉਹ ਪਹਿਲਾਂ ਹੋਣਾ ਚਾਹੀਦਾ ਹੈ, ਪਰ ਚਲੋ ਦੇਰ ਆਈ ਸੁਸਤ ਆਈ। ਤੇ ਕਿਉਂਕਿ ਇਹ ਆਫਲਾਈਨ ਕਲਾਸਾਂ ਦੀ ਗੱਲ ਕੀਤੀ ਜਾਵੇ ਜਾਂ ਆਨਲਾਈਨ ਕਲਾਸਾਂ ਦੇ ਵਿੱਚ ਇਹ ਕਾਫੀ ਐਕਸਪੀਰੀਅੰਸ ਹੁਣ ਵਧੀਆ ਰਿਹਾ ਇਹਨਾਂ ਦੇ ਨਾਲ। ਤੇ ਜਿਹੜੀਆਂ ਹੁਣ ਕਲਾਸਾਂ ਓਪਨ ਹੋ ਗਈਆਂ, ਸਟੂਡੈਂਟਾਂ ਦੇ ਚਿਹਰਿਆਂ ਤੇ ਕਾਫੀ ਖੁਸ਼ੀ ਦੀ ਲਹਿਰ ਦਿਖ ਰਹੀ ਹੈ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।